ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੋਲਿਟੀ ਦੀ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਦਾ ਅਗਲਾ ਮੌਕ ਟੈਸਟ ਹੈ ਜਿਹੜਾ ਉਹ ਕੰਟੀਨਿਊ ਕਰਾਂਗੇ। ਤਾਂ ਇਸ ਦੇ ਵਿੱਚ ਬੇਸਿਕਲੀ ਮੇਰੀ ਜਿਹੜੀ ਪ੍ਰਾਇਓਰਿਟੀ ਆ ਉਹ ਕੀ ਹੈ ਜੀ, PPSC ਪੈਟਰਨ ਦੇ ਉੱਤੇ ਹੈ। ਤਾਂ ਇਹ ਜਿਹੜੀ ਕੁਐਸਚਨ ਬਣਾਏ ਹੋਏ ਹੋਣਗੇ ਤਾਂ ਉਹ ਸਿਰਫ ਤੇ ਸਿਰਫ ਕੀ ਹੈ ਜੀ, PPSC ਪੈਟਰਨ ਦੇ ਆਧਾਰਿਤ ਹੋਣਗੇ, ਜਿਹੜੇ ਕਿ ਤੁਹਾਨੂੰ ਇੱਕ ਕੁਐਸਚਨ ਦੇ ਵਿੱਚੋਂ ਹੀ ਘੱਟੋ ਘੱਟ 5 ਤੋਂ 10 ਗੱਲਾਂ ਜਿਹੜੀਆਂ ਉਹ ਸਿੱਖਣ ਨੂੰ ਮਿਲਣਗੀਆਂ। ਪੈਟਰਨ PPSC ਹੋਊਗਾ, ਇੰਪੋਰਟੈਂਟ ਸਾਰੇ ਪੇਪਰਾਂ ਦੇ ਲਈ ਹੋਊਗਾ। ਠੀਕ ਹੈ ਜੀ ਗੱਲ, ਤਾਂ ਇਹ ਨਹੀਂ ਸੋਚਣਾ ਹੈਗਾ ਕਿਉਂਕਿ ਤਿਆਰੀ ਹੈ ਜਿਹੜਾ ਸਿਲੇਬਸ ਆ ਸਾਰਿਆਂ ਦਾ ਕਾਮਨ ਆ। ਤਾਂ ਤੁਹਾਡੇ ਇਕੱਲੀ ਗੱਲ ਆ ਜਿਹੜੀ ਤੁਹਾਡੇ ਉਹ ਚਿਣੀ ਹੋਈ ਚਾਹੀਦੀ ਹੈ ਦਿਮਾਗ ਦੇ ਵਿੱਚ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ, ਕਹਿੰਦਾ ਹੇਠ ਲਿਖਿਆਂ ਵਿੱਚੋਂ ਦੱਸੋ ਕਿਹੜੀ ਚੀਜ਼ ਹੈ ਜਿਹੜੀ ਉਹ ਸਹੀ ਨਹੀਂ ਹੈਗੀ। ਤਾਂ ਆਫਿਸ ਆਫ ਗਵਰਨਰ ਫਰੋਮ, ਤਾਂ ਦੇਖੋ ਜੀ ਇਹ ਕੁਐਸਚਨ ਬਣਿਆ ਕਿਵੇਂ ਹੋਇਆ ਜੀ। ਪਹਿਲੀ ਗੱਲ ਤਾਂ ਮਤਲਬ ਇਹਦੇ ਵਿੱਚ ਕੀ ਆਪਾਂ ਉਹ ਮਿਲਾਉਣੀ ਹੈ ਚੀਜ਼ ਵੀ, ਮਤਲਬ ਆਪਾਂ ਕਿਹੜੀ ਚੀਜ਼ ਹੈ ਜਿਹੜੀ ਆਪਣੇ ਸੰਵਿਧਾਨ ਦੀ ਉਹ ਕਿਹੜੇ ਦੇਸ਼ ਤੋਂ ਲਈ ਹੈ ਜਾਂ ਕਿੱਥੋਂ ਚੱਕੀ ਹੋਈ ਹੈ ਜੀ। ਠੀਕ ਹੈ ਜੀ ਗੱਲ, ਤਾਂ ਆਫਿਸ ਆਫ ਗਵਰਨਰ ਕੀ ਤੋਂ ਲਿਆ ਜੀ ਆਪਾਂ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਇਹ ਗੱਲ ਬਿਲਕੁਲ ਸਹੀ ਹੈ। ਰੂਲ ਆਫ ਲਾਅ ਅਤੇ ਲਾਅ ਮੇਕਿੰਗ ਪ੍ਰੋਸੀਜਰ ਨੇ ਜਿਹੜੇ ਉਹ ਆਪਾਂ ਬ੍ਰਿਟੇਨ ਤੋਂ ਲਏ ਹੈ, ਇਹ ਵੀ ਗੱਲ ਸਹੀ ਹੈ ਜੀ। ਫੈਡਰੇਸ਼ਨ ਵਿਦ ਸਟਰੋਂਗ ਸੈਂਟਰ ਕੌਨਸਟੀਟਿਊਸ਼ਨ ਆਫ USA, ਨਹੀਂ ਜੀ ਇਹ ਗੱਲ ਗਲਤ ਹੈ ਜੀ। USA ਤੋਂ ਨਹੀਂ ਲਿਆ ਜੀ, ਆਪਾਂ ਕਿਤੋਂ ਲਿਆ, ਇਹ ਕੈਨੇਡਾ ਤੋਂ ਲਿਆ। ਕਨਕਰੈਂਟ ਲਿਸਟ ਆਪਾਂ ਆਸਟ੍ਰੇਲੀਆ ਤੋਂ ਲਈ ਹੈ। ਤਾਂ ਇਹਨੇ ਕੀ ਪੁੱਛਿਆ ਸੀਗਾ ਜੀ, ਕਿਹੜੀ ਚੀਜ਼ ਸਹੀ ਨਹੀਂ ਹੈਗੀ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜੂਗਾ ਆਪਣਾ C ਆਪਸ਼ਨ ਆ ਜੂਗੀ। ਠੀਕ ਹੈ ਜੀ ਗੱਲ, ਹੁਣ ਆਪਾਂ ਥੋੜ੍ਹਾ ਜਿਹਾ ਆਪਾਂ ਚੀਜ਼ ਡਿਸਕਸ ਕਰਦੇ ਹਾਂ ਜੀ। ਗਵਰਨਮੈਂਟ ਆਫ ਇੰਡੀਆ ਐਕਟ 1935, ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ ਜੀ ਨਿਊ ਚਾਰਟਰ ਆਫ ਸਲੇਵਰੀ। ਪੇਪਰ 'ਚ ਕਈ ਵਾਰ ਪੁੱਛ ਲੈਂਦੇ ਨੇ ਨਿਊ ਚਾਰਟਰ ਆਫ ਸਲੇਵਰੀ ਕਿਹਨੂੰ ਕਿਹਾ ਸੀਗਾ ਜੀ, ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ। ਕਿਹਨੇ, ਜਵਾਹਰ ਲਾਲ ਨਹਿਰੂ ਨੇ। ਸਾਰਿਆਂ ਨਾਲੋਂ ਵੱਧ ਜਿਹੜਾ ਪ੍ਰਭਾਵ ਆਪਣੇ ਸੰਵਿਧਾਨ ਦੇ ਉੱਤੇ ਕਿਹਦਾ ਜੀ, ਤਾਂ ਤੁਸੀਂ ਕਹੋਗੇ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਪ੍ਰਭਾਵ ਹੈ। 75% ਹਿੱਸਾ ਜਿਹੜਾ ਆਪਾਂ ਕੀ ਹੈ ਜੀ ਉਹ ਇਸ ਤੋਂ ਲਿਆ ਹੋਇਆ ਹੈ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਹੋਇਆ ਜੀ। ਬ੍ਰਿਟੇਨ ਤੋਂ ਆਪਾਂ ਹੋਰ ਕੀ ਲਿਆ ਹੋਇਆ ਜੀ, ਸਿੰਗਲ ਸਿਟੀਜ਼ਨਸ਼ਿਪ ਆਪਾਂ ਬ੍ਰਿਟੇਨ ਤੋਂ ਲਈ ਹੋਈ ਹੈ। ਰਿਟਾਂ ਆਪਾਂ ਬ੍ਰਿਟੇਨ ਤੋਂ ਲਈਆਂ ਹੋਈਆਂ ਨੇ। ਠੀਕ ਹੈ ਜੀ ਗੱਲ, ਰੂਲ ਆਫ ਲਾਅ ਮੇਕਿੰਗ ਪ੍ਰੋਸੀਜਰ, ਠੀਕ ਹੈ, ਇਹ ਆਪਾਂ ਕਿਤੋਂ ਲਈਆਂ ਹੋਈਆਂ ਨੇ, ਬ੍ਰਿਟੇਨ ਤੋਂ ਲਈਆਂ ਹੋਈਆਂ ਨੇ। ਬਿਲਕੁਲ ਗੱਲ ਕਲੀਅਰ ਹੈ ਜੀ ਇਹ। ਠੀਕ ਹੈ, ਅਤੇ ਬਾਈ ਕੈਮਰਲ ਪਾਰਲੀਮੈਂਟ ਕੀ ਹੈ ਜੀ, ਉਹ ਵੀ ਆਪਾਂ ਕਿਤੋਂ ਲਈ ਹੋਈ ਹੈਗੀ, ਬ੍ਰਿਟੇਨ ਤੋਂ ਲਈ ਹੋਈ ਹੈ। USA ਤੋਂ ਆਪਾਂ ਕੀ ਲਿਆ ਹੋਇਆ ਜੀ, ਇੰਡੀਪੈਂਡੈਂਸ ਆਫ ਜੁਡੀਸ਼ਰੀ। ਠੀਕ ਹੈ, ਇਹ ਆਪਾਂ USA ਤੋਂ ਲਈ ਹੈ। ਪ੍ਰੈਂਬਲ ਆਪਾਂ USA ਤੋਂ ਲਿਆ। ਠੀਕ ਹੈ ਜੀ, ਫੰਡਾਮੈਂਟਲ ਰਾਈਟਸ ਆਪਾਂ USA ਤੋਂ ਲਏ ਹੈ। ਠੀਕ ਹੈ ਜੀ ਗੱਲ, ਅਤੇ ਫੰਕਸ਼ਨ ਆਫ ਪ੍ਰੈਜ਼ੀਡੈਂਟ ਆਪਾਂ ਕਿਤੋਂ ਲਏ ਹੈ ਜੀ, ਇਹ ਵੀ USA ਤੋਂ ਲਏ ਨੇ। ਠੀਕ ਹੈ, ਆਸਟ੍ਰੇਲੀਆ ਤੋਂ ਆਪਾਂ ਕੀ ਲਿਆ ਜੀ, ਕਨਕਰੈਂਟ ਲਿਸਟ ਲਈ ਹੈ। ਹੋਰ ਆਪਾਂ ਡਿਸਕਸ ਕਰ ਲੈਂਦੇ ਹਾਂ, ਜਿਵੇਂ ਆਪਾਂ USSR, ਠੀਕ ਹੈ ਜੀ, ਤਾਂ ਆਪਾਂ USSR ਤੋਂ ਕੀ ਲਿਆ, ਰਸ਼ੀਆ ਕਹਿੰਦੇ। ਠੀਕ ਹੈ ਜੀ ਗੱਲ, ਤਾਂ ਇਹ ਲਿਆ ਹੋਇਆ ਹੈਗਾ ਆਪਾਂ USSR ਤੋਂ 5 ਈਅਰ ਪਲੈਨਿੰਗ, 5 ਸਾਲਾ ਯੋਜਨਾਵਾਂ। ਫੰਡਾਮੈਂਟਲ ਡਿਊਟੀਜ਼ ਆਪਾਂ ਕਿਤੋਂ ਲਈਆਂ ਨੇ, USSR ਤੋਂ ਲਈਆਂ ਨੇ। ਆਇਰਲੈਂਡ ਤੋਂ ਆਪਾਂ ਕੀ ਲਿਆ ਜੀ, DPSP ਲਿਆ ਹੋਇਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਠੀਕ ਹੈ ਜੀ, ਇਲੈਕਸ਼ਨ ਮੈਥਡ ਆਫ ਪ੍ਰੈਜ਼ੀਡੈਂਟ ਆਪਾਂ ਕਿਤੋਂ ਲਏ ਹੋਏ, ਆਇਰਲੈਂਡ ਤੋਂ ਲਏ ਹੋਏ ਆ। ਨੋਮੀਨੇਸ਼ਨ ਆਫ ਮੈਂਬਰਸ ਇਨ ਰਾਜ ਸਭਾ, ਠੀਕ ਹੈ, ਇਹ ਵੀ ਆਪਾਂ ਕਿਤੋਂ ਲਏ ਹੋਏ ਜੀ, ਆਇਰਲੈਂਡ ਤੋਂ ਲਏ ਆ। DPSP ਆਪਾਂ ਆਇਰਲੈਂਡ ਤੋਂ ਲਏ ਆ, ਪਰ ਆਇਰਲੈਂਡ ਨੇ ਗਾਂ ਕਿਤੋਂ ਲਏ ਆ ਜੀ, ਸਪੇਨ ਤੋਂ ਲਏ ਆ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ ਗੱਲ, ਤਾਂ ਬਸ ਇੰਨੀਆਂ ਗੱਲਾਂ ਤੁਸੀਂ ਜਿਹੜੀਆਂ ਨੇ ਉਹ ਯਾਦ ਰੱਖਣੀਆਂ ਨੇ, ਇੰਪੋਰਟੈਂਟ ਆ। ਵਿੱਚ ਸਟੇਟਮੈਂਟ ਅਬਾਊਟ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆਰ ਨਾਟ ਕਰੈਕਟ, ਕਿਹੜੀ ਜਿਹੜੀ ਸਟੇਟਮੈਂਟ ਆ ਉਹ ਗਲਤ ਹੈ ਉਪ ਰਾਸ਼ਟਰਪਤੀ ਦੇ ਸੰਬੰਧਿਤ। ਠੀਕ ਹੈ ਜੀ, ਤਾਂ ਆਪਾਂ ਚੈੱਕ ਕਰਦੇ ਹਾਂ। ਇਨ ਆਰਡਰ ਟੂ ਬੀ ਵਾਈਸ ਪ੍ਰੈਜ਼ੀਡੈਂਟ ਏ ਪਰਸਨ ਮਸਟ ਬੀ ਕੁਆਲੀਫਾਈਡ ਫॉर ਇਲੈਕਸ਼ਨ ਐਜ਼ ਮੈਂਬਰ ਆਫ ਲੋਕ ਸਭਾ, ਬਿਲਕੁਲ ਗਲਤ ਪੁਆਇੰਟ ਹੈ ਜੀ ਇਹ। ਤਾਂ ਇੰਗਲਿਸ਼ ਦੇਖ ਕੇ ਘਬਰਾ ਨਾ ਜਾਇਆ ਕਰੋ, ਇਹ ਸਿੰਪਲ ਗੱਲ ਹੁੰਦੀ ਹੈ ਜੀ। ਠੀਕ ਹੈ, ਦੇਖੋ ਸਿਰਫ ਲੈਂਗੁਏਜ ਬਣਾ ਕੇ ਲਿਖੀ ਹੋਈ ਹੈ, ਤਾਂ ਮਤਲਬ ਉਹ ਕੀ ਹੈ ਜੀ, ਲੋਕ ਸਭਾ ਦਾ ਮੈਂਬਰ ਹੋਣਾ ਚਾਹੀਦਾ। ਇਹ ਤਾਂ ਗਲਤ ਹੈ ਜੀ ਗੱਲ। ਮਤਲਬ ਉਹ ਕੀ ਹੁੰਦਾ, ਕਿਹਦਾ ਹੋਣਾ ਚਾਹੀਦਾ ਜੀ, ਰਾਜ ਸਭਾ ਦਾ ਹੋਣਾ ਚਾਹੀਦਾ, ਕਿਉਂਕਿ ਉਹ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ। ਠੀਕ ਹੈ ਜੀ ਗੱਲ, ਪਹਿਲਾ ਪੁਆਇੰਟ ਸਾਡਾ ਗਲਤ ਹੋ ਗਿਆ। ਇਹ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ ਕੈਨ ਸੀਕ ਇਲੈਕਸ਼ਨ ਟੂ ਦੈਟ ਆਫਿਸ, ਮਤਲਬ ਸਹੀ ਗੱਲ ਹੈ ਜੀ। ਲੈਜਿਸਲੇਟਿਵ ਅਸੈਂਬਲੀ ਦਾ ਜਿਹੜਾ ਮੈਂਬਰ ਆ ਉਹ ਕੀ ਹੈ ਜੀ, ਇਲੈਕਸ਼ਨ ਦੇ ਲਈ ਕੀ ਹੈ ਜੀ, ਮਤਲਬ ਕੀ ਆ, ਐਪਲੀਕੇਬਲ ਹੈਗਾ। ਇਹ ਪੁਆਇੰਟ ਜਿਹੜਾ ਸਾਡਾ ਸਹੀ ਆ। ਠੀਕ ਹੈ, ਦ ਟਰਮ ਆਫ ਦ ਆਫਿਸ ਆਫ ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਸੇਮ ਐਜ਼ ਦੈਟ ਆਫ ਪ੍ਰੈਜ਼ੀਡੈਂਟ, ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਟਰਨਿਓਰ ਹੋਊਗਾ ਮਤਲਬ 5 ਸਾਲ ਹੋਊਗਾ, ਉਹੀ ਕੀ ਹੈ ਜੀ ਪ੍ਰੈਜ਼ੀਡੈਂਟ ਦਾ ਹੋਊਗਾ। ਇਹ ਪੁਆਇੰਟ ਵੀ ਜਿਹੜਾ ਹੈਗਾ ਗਾ ਉਹ ਬਿਲਕੁਲ ਸਹੀ ਪੁਆਇੰਟ ਹੈ। ਹੀ ਕੈਨ ਰਿਮੂਵਡ ਥਰੂ ਆ ਫਾਰਮਲ ਇੰਪੀਚਮੈਂਟ, ਨਹੀਂ ਜੀ, ਫਾਰਮਲ ਇੰਪੀਚਮੈਂਟ ਇਜ਼ ਨਾਟ ਰਿਕੁਆਇਰਡ ਫॉर ਵਾਈਸ ਪ੍ਰੈਜ਼ੀਡੈਂਟ। ਤਾਂ ਇਹ ਪੁਆਇੰਟ ਕੀ ਹੈ ਜੀ, ਗਲਤ ਹੈ। ਤਾਂ ਆਪਸ਼ਨ ਚੈੱਕ ਕਰਦੇ ਹਾਂ ਆਪਾਂ, ਪਹਿਲੀ ਅਤੇ ਚੌਥੀ ਹੈ ਜਿਹੜੀ ਉਹ ਕੀ ਹੈ ਜੀ, ਇਹਦੇ ਲਈ ਕੀ ਹੈ ਮਤਲਬ ਗਲਤ ਪੁਆਇੰਟ ਨੇ। ਇਹ ਦੂਜਾ ਅਤੇ ਤੀਜਾ ਕੀ ਹੈ ਜੀ, ਸਹੀ ਹੈ। ਠੀਕ ਹੈ ਜੀ ਗੱਲ, ਹੁਣ ਆਪਾਂ ਥੋੜ੍ਹਾ ਜਿਹਾ ਡਿਸਕਸ਼ਨ ਕਰਦੇ ਹਾਂ ਵਾਈਸ ਪ੍ਰੈਜ਼ੀਡੈਂਟ ਬਾਰੇ। ਵਾਈਸ ਪ੍ਰੈਜ਼ੀਡੈਂਟ ਕੀ ਹੁੰਦਾ ਜੀ, ਆਰਟੀਕਲ 63 ਆ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ, ਦੇਅਰ ਸ਼ੈਲ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਉਪ ਰਾਸ਼ਟਰਪਤੀ ਹੋਵੇਗਾ। ਆਰਟੀਕਲ 64 ਦੇ ਵਿੱਚ ਕੀ ਗੱਲ ਕਰਦਾ ਜੀ,
ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕੌਣ ਹੁੰਦਾ ਜੀ, ਵਾਈਸ ਪ੍ਰੈਜ਼ੀਡੈਂਟ ਹੁੰਦਾ। ਐਕਸ ਅਫੀਸ਼ੀਓ ਦਾ ਮਤਲਬ ਕੀ ਹੁੰਦਾ ਜੀ, ਇੱਕ ਸਮੇਂ ਦੇ ਉੱਤੇ ਦੋ ਅਹੁਦੇ, ਮਤਲਬ ਇੱਕ ਤਰਫ ਤਾਂ ਉਹ ਕੀ ਹੁੰਦੇ ਨੇ ਜੀ, ਵਾਈਸ ਪ੍ਰੈਜ਼ੀਡੈਂਟ ਹੁੰਦੇ ਨੇ, ਅਤੇ ਦੂਜੇ ਪਾਸੇ ਰਾਜ ਸਭਾ ਦੇ ਚੇਅਰਮੈਨ ਹੁੰਦੇ ਨੇ। ਐਟ ਪ੍ਰੈਜ਼ੈਂਟ ਪੇਪਰ ਦੇ ਵਿੱਚ ਪੁੱਛ ਲੈਣ ਕੌਣ ਨੇ ਜੀ, ਤਾਂ ਵੈਂਕਈਆ ਨਾਇਡੂ ਹੈ ਜਿਹੜੇ ਉਹ ਆਪਣੇ ਰਾਜ ਸਭਾ ਦੇ ਚੇਅਰਮੈਨ ਨੇ। ਪੇਪਰ 'ਚ ਪੁੱਛ ਲੈਣ ਪਹਿਲੇ ਪ੍ਰੈਜ਼ੀਡੈਂਟ ਕੌਣ ਸੀ, ਤਾਂ ਤੁਸੀਂ ਕਹੋਗੇ ਜੀ ਐਸ ਰਾਧਾ ਕ੍ਰਿਸ਼ਨਨ ਸੀਗੇ। ਠੀਕ ਹੈ ਜੀ, ਐਸ ਰਾਧਾ ਕ੍ਰਿਸ਼ਨਨ ਉਹ ਬੰਦੇ ਨੇ ਜਿਨ੍ਹਾਂ ਨੂੰ ਪਹਿਲੀ ਵਾਰ ਭਾਰਤ ਰਤਨ ਜਿਹੜਾ ਉਹ ਮਿਲਿਆ। ਇਹਨਾਂ ਦੇ ਨਾਲ ਦੋ ਬੰਦਿਆਂ ਨੂੰ ਹੋਰ ਨੂੰ ਮਿਲਿਆ ਸੀਗਾ, CV ਰਮਨ ਨੂੰ ਅਤੇ ਰਾਜ ਗੋਪਾਲਚਾਰੀ ਨੂੰ, CR ਰਾਜ ਗੋਪਾਲਚਾਰੀ ਨੂੰ, ਤਿੰਨ ਨੂੰ ਮਿਲਿਆ ਸੀ। ਤਾਂ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਵਾਈਸ ਪ੍ਰੈਜ਼ੀਡੈਂਟ ਹੁੰਦਾ ਜਿਹੜਾ ਉਹ ਸੈਕਿੰਡ ਸਿਟੀਜ਼ਨ ਆਫ ਇੰਡੀਆ ਹੁੰਦਾ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਅਤੇ ਸੈਕਿੰਡ ਸਿਟੀਜ਼ਨ ਆਫ ਇੰਡੀਆ ਤੋਂ ਤੁਹਾਡੇ ਦਿਮਾਗ ਦੇ ਵਿੱਚ ਆਊਗੀ ਪਹਿਲਾ ਸਿਟੀਜ਼ਨ ਕੌਣ ਹੁੰਦਾ ਜੀ, ਤਾਂ ਪਹਿਲਾ ਨਾਗਰਿਕ ਕੌਣ ਹੁੰਦਾ ਜੀ, ਤਾਂ ਤੁਸੀਂ ਕਹੋਗੇ ਜੀ ਪ੍ਰੈਜ਼ੀਡੈਂਟ ਹੁੰਦਾ। ਠੀਕ ਹੈ ਜੀ ਗੱਲ। ਤਾਂ ਆਪਾਂ ਹੋਰ ਚੀਜ਼ ਡਿਸਕਸ਼ਨ ਕਰ ਲੈਂਦੇ ਹਾਂ। ਸਟੇਟ ਲੈਜਿਸਲੇਚਰ ਹੈ ਜਿਹੜੀ ਉਹ ਕੀ ਹੈ ਜੀ, ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੀ, ਇਹ ਗੱਲ ਤੁਸੀਂ ਯਾਦ ਰੱਖੋਗੇ। ਪੇਪਰ 'ਚ ਕਈ ਵਾਰ ਪੁੱਛ ਲੈਣਗੇ ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਕੌਣ ਸੀ, ਤਾਂ ਤੁਸੀਂ ਕਹੋਗੇ ਜੀ ਐਸ ਰਾਧਾ ਕ੍ਰਿਸ਼ਨਨ ਸੀਗੇ। ਪੇਪਰ ਤੁਹਾਨੂੰ ਇਹ ਵੀ ਪੁੱਛ ਲੈਂਦਾ ਕਿ ਪਹਿਲੇ ਉਪ ਰਾਸ਼ਟਰਪਤੀ ਦੱਸੋ ਜੀ ਜਿਨ੍ਹਾਂ ਦੀ ਆਫਿਸ ਦੇ ਦੌਰਾਨ ਹੀ ਕੀ ਹੈ ਜੀ ਡੈਥ ਹੋ ਗਈ ਸੀ, ਤਾਂ ਤੁਸੀਂ ਕਹੋਗੇ ਜੀ ਕ੍ਰਿਸ਼ਨ ਕਾਂਤ, ਡਾਈਡ ਇਨ ਆਫਿਸ। ਠੀਕ ਹੈ ਜੀ ਗੱਲ। ਤਾਂ C ਆਪਸ਼ਨ ਹੈ ਜਿਹੜਾ ਇਹ ਕੁਐਸਚਨ ਦਾ ਕੀ ਹੈ, ਸਹੀ ਆਨਸਰ ਹੈ। ਇਫ ਆ ਪੰਚਾਇਤ ਇਜ਼ ਡਿਜ਼ੋਲਵ ਇਲੈਕਸ਼ਨਸ ਆਰ ਟੂ ਬੀ ਹੈਲਡ ਵਿਦਨ ਆ ਪੀਰੀਅਡ ਆਫ, ਜੇਕਰ ਕਹਿੰਦਾ ਪੰਚਾਇਤਾਂ ਭੰਗ ਹੋ ਜਾਣ ਤਾਂ ਉਹਦੀ ਇਲੈਕਸ਼ਨ ਹੈ ਜਿਹੜੀ ਉਹ ਕਿੰਨੇ ਸਮੇਂ ਦੇ ਦੌਰਾਨ ਕਰਾਉਣੀ ਜ਼ਰੂਰੀ ਹੈ, ਤਾਂ 6 ਮੰਥ ਦੇ ਕਰਾਉਣ ਦੇ 6 ਮੰਥ ਤੋਂ ਵੱਧ ਦਾ ਜਿਹੜਾ ਸਮਾਂ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ ਗੱਲ। ਰਾਸ਼ਟਰਪਤੀ ਦੀ ਚੋਣ ਵੀ ਜਿਹੜੀ ਹੈਗੀ ਹੈ ਜੋ 6 ਮੰਥ ਤੋਂ ਪਹਿਲਾਂ ਕਰਾਉਣੀ ਲਾਜ਼ਮੀ ਹੁੰਦੀ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਮਤਲਬ ਜਦੋਂ ਤੁਹਾਨੂੰ ਇਹੋ ਜਿਹਾ ਕੁਐਸਚਨ ਦਿਖੇ ਤਾਂ ਤਕਰੀਬਨ 6 ਮੰਥ ਹੈ ਜਿਹੜਾ ਹੋ ਗਿਆ ਸਹੀ ਜਵਾਬ ਹੁੰਦਾ ਤੁਹਾਡਾ 70%। ਠੀਕ ਹੈ ਜੀ ਗੱਲ। ਤਾਂ ਜਿਹੜੇ ਆਪਣੇ ਸੈਸ਼ਨਸ ਲੱਗਦੇ ਹੁੰਦੇ ਨੇ, ਠੀਕ ਹੈ ਜੀ, ਸਮਰ ਸੈਸ਼ਨ, ਵਿੰਟਰ ਸੈਸ਼ਨ ਅਤੇ ਮੌਨਸੂਨ ਸੈਸ਼ਨ, ਇਹਨਾਂ ਦੇ ਵਿਚਕਾਰ ਵੀ ਜਿਹੜਾ ਸਮਾਂ 6 ਮੰਥ ਤੋਂ ਵੱਧ ਦਾ ਨਹੀਂ ਹੋਣਾ ਚਾਹੀਦਾ, ਗੈਪ ਹੈ ਜਿਹੜਾ ਉਹ। ਠੀਕ ਹੈ ਜੀ ਗੱਲ। ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਪੰਚਾਇਤ ਦੇ ਬਾਰੇ ਜਿਹੜਾ ਆਰਟੀਕਲ ਹੈ DPSP ਦੇ ਵਿੱਚ ਲਿਖਿਆ ਹੋਇਆ, ਉਹ ਆਰਟੀਕਲ ਨੰਬਰ ਕਿਹੜਾ ਜੀ, ਤਾਂ 40 ਹੈ ਜੀ, ਜਿਹਦੇ ਵਿੱਚ ਕੀ ਦੱਸਿਆ ਜੀ, ਆਰਗੇਨਾਈਜ਼ਿੰਗ ਆਫ ਵਿਲੇਜ ਪੰਚਾਇਤਸ। ਠੀਕ ਹੈ ਜੀ ਗੱਲ। ਪੰਚਾਇਤ ਦਾ ਇੱਕ ਵੱਖਰਾ ਭਾਗ ਵੀ ਹੈ ਜੀ, ਭਾਗ 9, ਜਿਹਨੂੰ ਆਪਾਂ ਪਾਰਟ 9 ਵੀ ਕਹਿੰਦੇ ਹਾਂ, 243 A ਤੋਂ ਲੈ ਕੇ O ਤੱਕ ਇਹ ਗੱਲ ਕਰਦਾ ਜੀ। ਪੰਚਾਇਤੀ ਸਿਸਟਮ ਦੇ ਬਾਰੇ ਦੱਸਿਆ ਕਿਹਨੇ ਸੀਗਾ ਜੀ, ਤਾਂ ਬਲਵੰਤ ਰਾਏ ਮਹਿਤਾ ਕਮੇਟੀ ਬਣੀ ਸੀਗੀ। ਇਹ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਿਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਕਹੋਗੇ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਜੀ। ਠੀਕ ਹੈ ਜੀ ਗੱਲ। ਤਾਂ ਇਹਨੇ ਬਲਵੰਤ ਰਾਏ ਮਹਿਤਾ ਕਮੇਟੀ ਨੇ 3 ਟਾਇਰ ਸਿਸਟਮ ਹੈ ਜਿਹੜਾ ਪੰਚਾਇਤੀ ਰਾਜ ਦਾ ਦੱਸਿਆ ਸੀਗਾ, ਇੰਨੀ ਗੱਲ ਵੀ ਤੁਸੀਂ ਯਾਦ ਰੱਖੋਗੇ। ਠੀਕ ਹੈ ਜੀ। ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, 3 ਤਰ੍ਹਾਂ ਦੀ, ਵਿਲੇਜ ਪੰਚਾਇਤ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ। ਜ਼ਿਲ੍ਹਾ ਪ੍ਰੀਸ਼ਦ ਕੀ ਹੈ ਜੀ, ਹਾਈਐਸਟ ਬੋਡੀ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਇੰਨੀ ਗੱਲ ਕਲੀਅਰ ਹੈ। ਉਦੋਂ ਬਾਅਦ ਇੱਕ ਕਮੇਟੀ ਹੋਰ ਬਣੀ ਸੀ, ਅਸ਼ੋਕ ਮਹਿਤਾ ਕਮੇਟੀ। ਠੀਕ ਹੈ ਜੀ। ਅਸ਼ੋਕ ਰਾਏ, ਪਤਾ ਨਹੀਂ ਅਸ਼ੋਕ ਮਹਿਤਾ ਕਮੇਟੀ, ਠੀਕ ਹੈ, ਸਮਥਿੰਗ ਅਸ਼ੋਕ ਹੈ ਜੀ। ਠੀਕ ਹੈ। ਤਾਂ ਤੁਸੀਂ ਯਾਦ ਰੱਖੋ ਇਹਨੇ 2 ਟਾਇਰ ਸਿਸਟਮ ਦੱਸਿਆ ਸੀਗਾ। ਠੀਕ ਹੈ ਜੀ। ਤਾਂ ਪੇਪਰ 'ਚ ਤੁਹਾਨੂੰ ਪੁੱਛ ਲੈਣ ਕਿ ਪਹਿਲਾ ਪੰਚਾਇਤੀ ਰਾਜ ਕਿੱਥੇ ਲੱਗਿਆ, ਤੁਸੀਂ ਕਹੋਗੇ ਜੀ ਰਾਜਸਥਾਨ ਦੇ ਵਿੱਚ ਲੱਗਿਆ, ਨਗੌੜ ਦੇ ਵਿੱਚ। ਕਦੋਂ, 2 ਅਕਤੂਬਰ 1959 ਦੇ ਵਿੱਚ। ਪੰਚਾਇਤੀ ਰਾਜ ਦੇ ਕਿੰਨੇ ਸਬਜੈਕਟ ਨੇ, ਪੇਪਰ ਦੇ ਵਿੱਚ ਪੁੱਛ ਲੈਣਗੇ, 29 ਸਬਜੈਕਟ ਨੇ। ਠੀਕ ਹੈ ਜੀ। 73ਵੀਂ ਸੋਧ 1992 ਦੇ ਵਿੱਚ ਹੋਈ ਹੈ, ਤਾਂ ਉਹ ਵੀ ਕਿਹਦੇ ਨਾਲ ਸੰਬੰਧਿਤ ਹੋਈ ਹੈ ਜੀ, ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਜਿਹੜੀ ਉਹ ਹੋਈ ਹੈ। 11ਵਾਂ ਜਿਹੜਾ ਸ਼ਡਿਊਲ ਹੈ ਕੌਨਸਟੀਟਿਊਸ਼ਨ ਦਾ, ਉਹ ਵੀ ਕਿਹਦੀ ਗੱਲ ਕਰਦਾ ਜੀ, ਪੰਚਾਇਤੀ ਰਾਜ ਦੀ ਗੱਲ ਕਰਦਾ ਹੈ। ਠੀਕ ਹੈ ਜੀ ਗੱਲ। ਤਾਂ ਸਾਰੀਆਂ ਚੀਜ਼ਾਂ ਇਹ ਤੁਸੀਂ ਕੀ ਹੈ ਜੀ ਯਾਦ ਰੱਖਣੀਆਂ ਨੇ। ਦਾ ਰਿਟ ਸੈਰੇਟਰੀ ਮੀਨਸ, ਸੈਰੇਟਰੀ ਰਿਟ ਦਾ ਮੀਨ ਕੀ ਹੈ ਜੀ, ਟੂ ਕੁਐਸ਼ ਦਾ ਆਰਡਰ ਆਲਰੇਡੀ ਪਾਸਡ ਬਾਏ ਇਨਫੀਰੀਅਰ ਕੋਰਟ, ਟ੍ਰਿਬਿਊਨਲ ਔਰ ਕੁਐਸੀ ਜੁਡੀਸ਼ੀਅਲ ਅਥਾਰਟੀ। ਤਾਂ ਇਹਦਾ ਜਿਹੜਾ ਆਨਸਰ ਆਊਗਾ ਜੀ ਉਹ ਆਊਗਾ A ਆਪਸ਼ਨ, ਪਹਿਲੀ ਗੱਲ ਤਾਂ। ਠੀਕ ਹੈ। ਤਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਪੰਜਾਬੀ ਦੇ ਵਿੱਚ ਆਪਾਂ ਦੇਸੀ ਭਾਸ਼ਾ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ। ਦੇਖੋ 5 ਤਰ੍ਹਾਂ ਦੀਆਂ ਰਿਟਸ ਨੇ ਜੀ ਟੋਟਲ। ਠੀਕ ਹੈ। ਜਿਹੜੀ ਹੁਣ ਆਪਾਂ ਨੂੰ ਕੁਐਸਚਨ ਦੇ ਵਿੱਚ ਪਾਈ ਹੋਈ ਹੈ ਜੀ ਉਹ ਕਿਹੜੀ ਹੈ ਜੀ, ਸੈਰੇਟਰੀ। ਠੀਕ ਹੈ ਜੀ। ਮਤਲਬ ਕੀ ਹੈ, ਜਦੋਂ ਕਿਸੇ ਲੋਅਰ ਕੋਰਟ ਨੇ, ਮੰਨ ਲਓ ਹਾਈ ਕੋਰਟ ਨੇ ਕੀ ਹੈ ਡਿਸੀਜਨ ਦਿੱਤਾ, ਪਰ ਉਹ ਡਿਸੀਜਨ ਦੇ ਲਈ ਸੈਟਿਸਫੈਕਸ਼ਨ ਨਹੀਂ ਹੈਗੀ, ਸੁਪਰੀਮ ਕੋਰਟ ਨੇ ਕਰ ਲਿਆ ਜੀ, ਉਹਦੀਆਂ ਰਿਪੋਰਟਸ ਮੰਗ ਲਈਆਂ, ਅਤੇ ਉਹ ਸੁਪਰੀਮ ਕੋਰਟ ਕੀ ਹੈ ਜੀ, ਸੁਪਰੀਮ ਕੋਰਟ ਕੋਲ ਕੇਸ ਹੈ ਜਿਹੜਾ ਉਹ ਮਤਲਬ ਜਿਹੜਾ ਚਲਾ ਜਾਊਗਾ। ਠੀਕ ਹੈ ਜੀ ਗੱਲ। ਮਤਲਬ ਲੋਅਰ ਕੋਰਟ ਤੋਂ ਕੀ ਹੈ ਜੀ ਉਹ ਮਤਲਬ ਸੰਤੁਸ਼ਟ ਨਾ ਹੋ ਕੇ ਕੇਸ ਆਪਦੇ ਕੋਲ ਲੈ ਲੈਣ, ਤਾਂ ਉਹ ਮਤਲਬ ਹੁੰਦਾ ਜੀ ਸੈਰੇਟਰੀ ਰਿਟ ਹੈ ਜਿਹੜੀ ਉਦੋਂ ਲੱਗਦੀ ਹੈ। ਠੀਕ ਹੈ ਜੀ ਗੱਲ। ਇਹ ਗੱਲ ਕਲੀਅਰ ਆ। ਟੋਟਲ ਮੈਂ ਤੁਹਾਨੂੰ ਦੱਸਿਆ ਜੀ 5 ਤਰ੍ਹਾਂ ਦੀ ਰਿਟਾਂ ਨੇ, ਆਪਾਂ ਕਿਤੋਂ ਲਈਆਂ ਜੀ, ਇਹ UK ਤੋਂ ਲਈਆਂ ਨੇ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਥੋੜ੍ਹਾ ਦੱਸ ਦੇਣਾ ਜੀ, ਹੈਬਸ ਕਾਰਪਸ, ਸਿੱਧਾ ਕਈ ਵਾਰ ਪੇਪਰ 'ਚ ਮੀਨ ਆ ਜਾਂਦਾ ਹੈ। ਹੈਬਸ ਕਾਰਪਸ ਦਾ ਕਈ ਵਾਰ ਯੂ ਮੇ ਹੈਵ ਦਾ ਬੋਡੀ, ਤੁਹਾਨੂੰ ਪੇਪਰ 'ਚ ਐਂ ਲਿਖਿਆ ਹੋਊਗਾ ਯੂ ਮੇ ਹੈਵ ਦਾ ਬੋਡੀ, ਕਿਹਦਾ ਮਤਲਬ ਹੈ ਜੀ ਹੈਬਸ ਕਾਰਪਸ ਦਾ ਮਤਲਬ ਜੇ ਤੁਸੀਂ ਅਨਲੌਫੁਲੀ, ਮਤਲਬ ਕਾਨੂੰਨੀ ਤੌਰ 'ਤੇ ਨਹੀਂ, ਕਾਨੂੰਨਨ ਤੌਰ 'ਤੇ ਕੋਈ ਵੀ ਬੰਦਾ ਮਤਲਬ ਕੀ ਹੈ ਜੀ, ਤੁਸੀਂ ਉਹ ਮਤਲਬ ਨਹੀਂ
गैर कानूनी तौर पर, ठीक है जी। गैर कानूनी तौर पर कोई भी बंदा जो अपना डिटेन नहीं कर सकते, वो की है जी कानून के खिलाफ है, तो उदों ये रिट है जी लगती है हैबस कॉर्पस, ठीक है जी गल। मैंडामस पेपर के पुछ लैन तो यदा मीनिंग की होंगे जी टू कमांड होंगे, ठीक है जी। सैरेटरी का मतलब कई बार पेपर के पुछ लेंगे, आ टर्म भी लिखी जाती टू बी सर्टिफाइड, ठीक है जी गल। तो क्यू ब्रांटो ਇਹਦਾ मीन हैगा जी वट इज़ यूअर अथॉरिटी, ठीक है जी। बच्चों इत्थे थां घट है तो मैं रिपीट कर देना, 5 तरह की रिटां होंदियां ने जी, हैबस कॉर्पस, मैंडामस, सैरेटरी, प्रोहिबिशन तो क्यू ब्रांटो। हैबस कॉर्पस का मतलब की है जी, तो तुसीं कहोगे जी यू मे हैव द बॉडी। थोनों पुछले पेपर के मैंडामस का मतलब की है जी, तुसीं कहोगे जी वी कमांड, ठीक है जी। तो सैरेटरी का पेपर के मीनिंग पुछ लिए तो तुसीं कहोगे टू बी सर्टिफाइड। प्रोहिबिशन का मतलब पुछ लिया जी टू एक्ट ऑफ स्टॉप समथिंग, ठीक है जी। तो तुहानूं 5वीं रिट जी क्यू ब्रांटो का पुछ लिया जी वट इज़ यूअर अथॉरिटी, ठीक है। तो ये मतलब 5 तरह की रिट्स ने जिहड़ियां वो तुसीं याद रखणियां ने। द जजिज ऑफ द हाई कोर्ट कैन बी रिमूवड फ्रॉम देयर ऑफिस ड्यूरिंग द टन्योर ऑफ, देखो जी जिमें सुप्रीम कोर्ट के जज नूं हटाया जा सकता है जी, ठीक है, उवें हाई कोर्ट के जज नूं हटाया जा सकता है, रिमूव किया जा सकता है। तो दोनों का सेम प्रोसीजर है, पेपर के विच ये आया हुआ क्वेश्चन है, किते उलझी जाओ उत्थे, ठीक है जी। तो यदा जिहड़ा पहला आपां सही जवाब लै लैंदे आ, तो हटाउंदा कौन है जी, प्रेजिडेंट ही हटाउंदा, बिल्कुल जी। लास्ट के विच की है जी, तो ऑन द देखो ऑप्शन के विच पिया द प्रेजिडेंट on the basis of a resolution passed by the parliament by 2/3 of majority, 2/3 majority ਦੇ ਨਾਲ। देखो जी किवें है, ਤੁਹਾਨੂੰ मैं थोड़ा सुप्रीम कोर्ट के जज की समझा देना है, तो हाई कोर्ट का ਤੁਹਾਡਾ आपे कवर हो जाऊगा, ठीक है। सुप्रीम कोर्ट के जज ਨੂੰ की है जी 100 मैंबर है ਜਿਹੜਾ ਉਹ लोक सभा का साइंड होने चाहिए ने, तो 50 मैंबर है ਜਿਹੜੇ राज सभा के, ठीक है जी। उदू बाद की होंगी है जी 3 मैंबरी कमेटी बन जाती है, तो उदू बाद 2/3 की है जी पार्लीमेंटरी की है जी मेजोरिटी के नाल की मता पास हो जाए, तो यह की है जी राष्ट्रपति के साइन हो जाए, तो सुप्रीम कोर्ट के जज नूं है जिहड़ा हटाया जा सकता है, ठीक है जी। गल तो सी ऑप्शन है जिहड़ा होएगा की है जी सही आंसर है, ठीक है। हुण आर्टिकल 124 है जिहड़ा वो किहदी गल करदा है जी, सुप्रीम कोर्ट की गल करदा है। सुप्रीम कोर्ट अपनी बनी कदों सी, 28 जनवरी 1950 नूं बनी सी। पहले सुप्रीम कोर्ट के चीफ जस्टिस कौन सीगे, तो तुसीं कहोगे जी HJ कानिया, ठीक है जी। गल ये गल तुसीं याद रखोगे। तो एट प्रेजेंट चीफ जस्टिस ऑफ इंडिया कौन ने, हुणे चेंज हुए ने, NV रमना, ठीक है जी। कौन ने जी 48वें नंबर के जोड़े चीफ जस्टिस ऑफ इंडिया ने, ठीक है। तो पेपर के पुछ लैन जी कि तुहानूं पहली वूमैन जज ऑफ सुप्रीम कोर्ट औरत सी जी जज सुप्रीम कोर्ट की, तो पेपर पुछ लैणगे, तो तुसीं कहोगे जी फातिमा बीबी, ठीक है जी। गल ये तुसीं याद रखोगे। ਆਪਾਂ होर डिस्कशन कर लैने कि जोड़े सुप्रीम कोर्ट के जज होंगे ने उन्होंने मैक्सीमम एज कितनी होंगी है, 65 साल होंगी है। पर जे तुहानूं हाई कोर्ट का पुछ लैन तो तुसीं कहोगे जी 62 साल होंगी है, ठीक है जी। गल इन्नी गल तुसीं याद रखनी है। पर पहला जो हाई कोर्ट के जज की मैक्सीमम उम्र होंगी सी, कितनी होंगी सी जी 60 होंगी सी। पर यह जी 60 तो 62 की गई है, कि अमेंडमेंट के तहत की गई है जी, तो 15वीं अमेंडमेंट के तहत की है जी की गई है, जी कि 1963 के हुई सी, ठीक है जी। गल ये गल तुसीं याद रखनी है, इंपॉर्टेंट आ, ठीक है जी। गल तो आपां होर की याद कर सकते हैं, हाई कोर्ट के पेपर पुछ लैन पहले चीफ जस्टिस ऑफ वूमैन चीफ जस्टिस ऑफ हाई कोर्ट, औरत पहली जो कि हाई कोर्ट की चीफ जस्टिस बनी होवे, तो तुसीं कहोगे जी लीला सेठ, ठीक है जी। तो पहली जज पहले मतलब चीफ जस्टिस नहीं सिंपल जज होण हाई कोर्ट के, तो वो कौन सी औरत बने, तो तुसीं कहोगे जी एना चैंडे, ठीक है जी। गल ये तुसीं गल्लां याद जिहड़ियां रखणियां ने, तो सी ऑप्शन है जिहड़ा होएगा की है जी सही आंसर है। मनी बिल्स कैन बी इंट्रोड्यूस इन द स्टेट लैजिसलेचर विद द प्योर कंसेंट ऑफ, तो यह जो सही आंसर आऊगा स्टेट के की है जी गवर्नर होंदा है, सेंटर के कौन होंदा है जी प्रेजिडेंट की मतलब रिकमेंडेशन के नाल मनी बिल है जो इंट्रोड्यूस होंदा है। तो यह जो सही आंसर लाओगे तो गवर्नर लाओगे, क्योंकि स्टेट की गल की है। हुण मैं तुहानूं थोड़ा जिहा मनी बिल बारे दस देना जी। आर्टिकल पेपर के पुछ लैन तो आर्टिकल 110 है मनी बिल का। मनी बिल पेपर के पुछ लैन कि बिल है जो मनी बिल है कोई दूसरा बिल है, तो कौन दसदा वो जी स्पीकर ऑफ लोक सभा, ठीक है। पर रिकमेंडेशन की होंगी है, प्योर रिकमेंडेशन पेपर के पुछ लैन तो प्रेजिडेंट दिंदी है, ठीक है जी। गल तो याद रखोगे, इंपॉर्टेंट है। स्पीकर की वोट होंगी है जी, वो की होंगी है जी कास्टिंग वोट होंगी है, ठीक है जी। गल तो मनी बिल के नाल संबंधित आर्टिकल 110 पढ़ ले जी तुसीं। पेपर के एक आर्टिकल तुहानूं पुछ लैणगे, आर्टिकल 108 की गल करदा, तो तुसीं कहोगे जी जॉइंट
ਸਿਟਿੰਗ ਦੀ ਗੱਲ ਕਰਦਾ ਜਾਂ ਜੁਆਇੰਟ ਸੈਸ਼ਨ ਦੀ ਗੱਲ ਕਰਦਾ ਹੈ। ਇਹ ਕਦੋਂ ਲੱਗਦਾ, ਜਦੋਂ ਮਤਲਬ ਕੋਈ ਬਿੱਲ ਹੈ ਜਿਹੜਾ ਉਹ ਇੱਕ ਸਦਨ ਦੇ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ, ਪਰ ਦੂਜਾ ਸਦਨ ਕੀ ਹੈ ਜੋ ਉਹਦੇ ਨਾਲ ਸੰਬੰਧਿਤ ਮਤਲਬ ਸਹਿਮਤ ਨਾ ਹੋਵੇ। ਠੀਕ ਹੈ ਜੀ ਗੱਲ, ਤਾਂ ਉਦੋਂ ਕੀ ਹੈ ਜੀ ਜੁਆਇੰਟ ਸੈਸ਼ਨ ਦੀ ਜਿਹੜੀ ਕੀ ਹੈ ਜੀ ਡੈਡਲੌਕ ਕ੍ਰੀਏਟ ਹੋ ਜਾਂਦਾ ਹੈ, ਤਾਂ ਉਦੋਂ ਬਣਦੀ ਹੈ। ਠੀਕ ਹੈ, 108 ਆਰਟੀਕਲ ਹੋ ਗਏ, ਇਸ ਨੂੰ ਪਤਾ ਲੱਗ ਗਿਆ। 110 ਹੋ ਗਿਆ, ਆਰਟੀਕਲ 112 ਯਾਦ ਰੱਖਣਾ ਆਪਾਂ। 3 ਆਰਟੀਕਲ ਨੇ ਜਿਹੜੇ ਇਕੱਠੇ ਯਾਦ ਰੱਖਣੇ ਨੇ। ਇਹਦੇ ਵਿੱਚ ਕੀ ਦੱਸਿਆ ਹੋਇਆ ਜੀ, ਬਜਟ ਬਾਰੇ ਦੱਸਿਆ ਹੋਇਆ, ਪਰ ਸੰਵਿਧਾਨ ਦੇ ਵਿੱਚ ਇਹ ਬਜਟ ਨਹੀਂ ਲਿਖਿਆ ਹੋਇਆ। ਤਾਂ ਪ੍ਰੋਪਰ ਲਾਈਨ ਜਿਹੜੀ ਲਿਖੀ ਹੋਈ ਹੈ, ਕੀ ਲਿਖੀ ਹੋਈ ਹੈ ਜੀ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਹੜੀ ਉਹ ਲਿਖੀ ਹੋਈ ਹੈ। ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ, ਇੰਪੋਰਟੈਂਟ ਆ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਇਨ ਇੰਡੀਅਨ ਪਾਰਲੀਮੈਂਟ ਕੰਸਿਸਟ ਆਫ, ਪਾਰਲੀਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਜਿਹੜਾ ਸੰਗ੍ਰਹਿ ਹੁੰਦੀ ਹੈ। ਠੀਕ ਹੈ ਜੀ ਗੱਲ, ਤਾਂ ਬਹੁਤੇ ਬੱਚੇ ਕੀ ਕਰਨਗੇ ਜੀ, ਲੋਕ ਸਭਾ, ਰਾਜ ਸਭਾ ਅਤੇ ਪ੍ਰਾਈਮ ਮਿਨਿਸਟਰ ਲਾਏ ਹੋਣਗੇ, ਜਿਹੜਾ ਕਿ ਗਲਤ ਹੋ ਜਾਊਗਾ। ਠੀਕ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ ਡੀ ਆਪਸ਼ਨ, ਪ੍ਰੈਜ਼ੀਡੈਂਟ ਬੋਥ ਦਾ ਹਾਊਸਸ, ਮਤਲਬ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਨੇ ਜਿਹੜੇ ਇਹ ਕੀ ਹੁੰਦੇ ਜੀ, ਹਿੱਸਾ ਹੁੰਦੇ ਨੇ ਇਹਦੇ। ਠੀਕ ਹੈ, ਆਰਟੀਕਲ 79 ਹੈ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ, ਪਾਰਲੀਮੈਂਟ ਦੀ ਗੱਲ ਕਰਦਾ। 80 ਨੰਬਰ ਆਰਟੀਕਲ ਕਿਹਦੀ ਗੱਲ ਕਰਦਾ ਜੀ, ਰਾਜ ਸਭਾ ਦੀ ਕਰਦਾ ਹੈ। 81 ਨੰਬਰ ਆਰਟੀਕਲ ਕਿਹਦੀ ਗੱਲ ਕਰਦਾ ਜੀ, ਲੋਕ ਸਭਾ ਦੀ ਗੱਲ ਕਰਦਾ। ਲੋਕ ਸਭਾ ਨੂੰ ਕੀ ਕਹਿੰਦੇ ਜੀ, ਲੋਅਰ ਹਾਊਸ ਵੀ ਕਹਿੰਦੇ ਨੇ ਜਾਂ ਹਾਊਸ ਆਫ ਪੀਪਲ ਕਹਿੰਦੇ ਨੇ। ਰਾਜ ਸਭਾ ਨੂੰ ਕੀ ਕਹਿੰਦੇ ਨੇ ਜੀ, ਅੱਪਰ ਹਾਊਸ ਵੀ ਕਹਿ ਦਿੰਦੇ ਨੇ। ਠੀਕ ਹੈ ਜੀ ਗੱਲ, ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਪੇਪਰ ਦੇ ਵਿੱਚ ਪੁੱਛ ਲੈਣ ਕਿ ਤੁਹਾਨੂੰ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ ਉਹ ਕਿੰਨੀਆਂ ਨੇ ਜੀ, ਤਾਂ 13 ਨੇ। ਰਾਜ ਸਭਾ ਦੇ ਵਿੱਚ ਕਿੰਨੀਆਂ ਨੇ ਜੀ, 7 ਨੇ। ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟਾਂ ਕਿੰਨੀਆਂ ਨੇ, ਤਾਂ ਤੁਸੀਂ ਕਹੋਗੇ ਜੀ 117 ਨੇ। ਠੀਕ ਹੈ ਜੀ ਗੱਲ, ਇਹ ਤੁਸੀਂ ਗੱਲਾਂ ਯਾਦ ਜਿਹੜੀਆਂ ਰੱਖਣੀਆਂ ਨੇ। ਠੀਕ ਹੈ ਜੀ ਗੱਲ, ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿੱਚ ਆਫ ਦਾ ਫੋਲੋਇੰਗ ਪੇਅਰ ਇਜ਼ ਕਰੈਕਟਲੀ ਮੈਚਡ, ਕਹਿੰਦਾ ਇਹਨਾਂ ਹੇਠ ਲਿਖਿਆਂ ਵਿੱਚ ਕਿਹੜਾ ਪੇਅਰ ਹੈ ਜਿਹੜਾ ਉਹ ਕਰੈਕਟ ਆ। ਠੀਕ ਹੈ ਜੀ, ਤਾਂ ਇਹ ਜਿਹੜੇ ਕੁਐਸਚਨ ਨੇ ਸਾਰੇ ਕੀ ਹੈ ਜੀ, ਸਟਾਰਡ ਕੁਐਸਚਨ, ਅਨਸਟਾਰਡ ਕੁਐਸਚਨ, ਸ਼ਾਰਟ ਨੋਟਿਸ ਕੁਐਸਚਨ। ਤਾਂ ਇਹ ਕਿਹਦਾ ਹਿੱਸਾ ਨੇ ਜੀ, ਕੁਐਸਚਨ ਆਰ ਦਾ ਹਿੱਸਾ ਨੇ। ਠੀਕ ਹੈ ਜੀ, ਮਤਲਬ ਕੁਐਸਚਨ ਪੁੱਛਦੇ ਨੇ ਕੀ ਹੈ ਮਿਨਿਸਟਰਸ। ਠੀਕ ਹੈ, ਤਾਂ ਸਟਾਰਡ ਕੁਐਸਚਨ ਕੀ ਹੁੰਦੇ ਆ ਜੀ, ਜਿਹਦੇ ਵਿੱਚ ਕੀ ਹੈ ਸਪਲੀਮੈਂਟਰੀ ਕੁਐਸਚਨਸ ਕੈਨ ਨਾਟ ਫੋਲੋ, ਮਤਲਬ ਤੁਸੀਂ ਔਰਲੀ ਜਿਹੜੇ ਕੁਐਸਚਨ ਪੁੱਛਣੇ ਹੁੰਦੇ ਨੇ, ਪਰ ਇਹਦੇ ਵਿੱਚ ਕਹਿੰਦਾ ਤੁਸੀਂ ਸਪਲੀਮੈਂਟਰੀ ਕੁਐਸਚਨਸ ਨੇ, ਮਤਲਬ ਫਰਦਰ ਅੱਗੇ ਕੁਐਸਚਨ ਤੋਂ ਕੁਐਸਚਨ ਨਹੀਂ ਪੁੱਛ ਸਕਦੇ। ਨਹੀਂ ਜੀ, ਇਹ ਗੱਲ ਗਲਤ ਹੈ, ਪੁੱਛ ਸਕਦੇ ਹਾਂ ਆਪਾਂ। ਠੀਕ ਹੈ ਜੀ, ਸਟਾਰਡ ਕੁਐਸਚਨ ਦੇ ਵਿੱਚ। ਅਨਸਟਾਰਡ ਕੁਐਸਚਨ ਦੇ ਵਿੱਚ ਕੀ ਹੈ ਜੀ, ਕਹਿੰਦਾ ਸਪਲੀਮੈਂਟਰੀ ਕੁਐਸਚਨ ਕੈਨ ਫੋਲੋ। ਦੇਖੋ ਇਹਦੇ ਵਿੱਚ ਆਪਾਂ ਜਿਹੜੇ ਨਹੀਂ ਪੁੱਛ ਸਕਦੇ, ਤਾਂ ਇਹ ਵੀ ਗਲਤ ਹੈ ਜੀ। ਠੀਕ ਹੈ, ਸਟਾਰਟ ਦੇ ਵਿੱਚ ਪੁੱਛ ਸਕਦੇ ਹਾਂ, ਇਹਦੇ ਵਿੱਚ ਨਹੀਂ ਪੁੱਛ ਸਕਦੇ। ਸ਼ਾਰਟ ਨੋਟਿਸ ਕੁਐਸਚਨ ਦੇ ਵਿੱਚ ਕੀ ਹੈ ਜੀ, ਰਿਕੁਆਇਰਸ ਦਾ ਰਿਟਨ ਆਨਸਰ। ਬਿਲਕੁਲ ਜੀ, ਇਹ ਗੱਲ ਪੁਆਇੰਟ ਹੈ ਜਿਹੜਾ ਉਹ ਕੀ ਹੈ ਜੀ, ਸਹੀ ਹੈ। ਤਾਂ ਤੀਜੀ ਆਪਸ਼ਨ ਹੈ ਸਾਡੀ ਜਿਹੜੀ ਉਹ ਕੀ ਹੈ ਜੀ, ਸਹੀ ਆਨਸਰ ਹੈ। ਇੱਕ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੈਣ ਕੋਰਮ। ਠੀਕ ਹੈ, ਕੋਰਮ ਕਦੋਂ ਹੁੰਦਾ ਜੀ, ਤਾਂ ਕਿੰਨੇ ਬੰਦੇ ਚਾਹੀਦੇ ਉਹਦੇ ਵਾਸਤੇ, 1/10 ਕੀ ਹੈ ਜੀ ਮੈਂਬਰ ਹੈ ਜਿਹੜੇ ਉਹ ਕੀ ਹੈ ਚਾਹੀਦੇ ਨੇ। ਮਤਲਬ ਕੀ ਹੈ ਜੀ, ਜੇਕਰ ਮਤਲਬ 1/10 ਮੈਂਬਰ ਹੈ ਜਿਹੜੇ ਉਹ ਨਹੀਂ ਪ੍ਰੈਜੈਂਟ ਹੈਗੇ, ਤਾਂ ਤੁਹਾਡੇ ਕੀ ਹੋ ਜੂਗੀ, ਉਹ ਸੈਸ਼ਨ ਜਿਹੜਾ ਨਹੀਂ ਲੱਗੂਗਾ। ਠੀਕ ਹੈ ਜੀ ਗੱਲ, ਇਹ ਗੱਲ ਤੁਸੀਂ ਯਾਦ ਰੱਖਣੀ ਆ। ਠੀਕ ਹੈ ਜੀ, ਤਾਂ ਬਸ ਇੰਨੀ ਕੁ ਗੱਲ ਤੁਸੀਂ ਇਹਦੇ ਸੰਬੰਧਿਤ ਕੀ ਹੈ ਯਾਦ ਰੱਖ ਲਿਓ। ਵਿਚ ਆਫ ਦਾ ਫੋਲੋਇੰਗ ਕੈਨ ਅਬੋਲਿਸ਼ ਆ ਸਟੇਟ ਲੈਜਿਸਲੇਟਿਵ ਕਾਊਂਸਿਲ, ਸਟੇਟ ਲੈਜਿਸਲੇਟਿਵ ਕਾਊਂਸਿਲ ਹੈ ਜਿਹੜੀ ਉਹ ਕੌਣ ਅਬੋਲਿਸ਼ ਆ ਜਿਹੜੀ ਕਰ ਸਕਦਾ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਕੀ ਆਊਗਾ ਜੀ, ਪਾਰਲੀਮੈਂਟ ਆਊਗਾ। ਪਰ ਇਹਦਾ ਜਿਹੜਾ ਮਤਾ ਜਾਊਗਾ ਉਹ ਕਿੱਥੋਂ ਜਾਊਗਾ ਜੀ, ਲੈਜਿਸਲੇਟਿਵ ਅਸੈਂਬਲੀ ਦੇ ਵਿੱਚੋਂ ਜਾਊਗਾ। ਠੀਕ ਹੈ ਜੀ ਗੱਲ, ਪੰਜਾਬ ਦੇ ਵਿੱਚ ਪੇਪਰ ਦੇ ਵਿੱਚ ਪੁੱਛ ਲੈਣ ਕਿ ਦੋਹਰੀ ਸਦਨ ਪ੍ਰਣਾਲੀ ਹੈ ਕਿ ਕਹਿਰੀ ਸਦਨ ਪ੍ਰਣਾਲੀ ਹੈ, ਤਾਂ ਤੁਸੀਂ ਕਹੋਗੇ ਜੀ ਕਹਿਰੀ ਸਦਨ ਪ੍ਰਣਾਲੀ ਹੈ, ਜਿਹਦੇ ਵਿੱਚ ਕੀ ਹੈ ਜੀ ਲੈਜਿਸਲੇਟਿਵ ਅਸੈਂਬਲੀ ਹੈਗੀ ਹੈ, ਲੈਜਿਸਲੇਟਿਵ ਕਾਊਂਸਿਲ ਨਹੀਂ ਹੈਗੀ। ਪੰਜਾਬ ਦੇ ਵਿੱਚ 1970 ਦੇ ਵਿੱਚ ਇਹ ਕੀ ਕਰਤੀ ਸੀ, ਅਬੋਲਿਸ਼ ਕਰਤੀ ਸੀ। ਇੰਨੀ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਕਿੰਨੀਆਂ ਸੀਟਾਂ ਨੇ, 117 ਸੀਟਾਂ ਨੇ। ਠੀਕ ਹੈ ਜੀ, ਪੇਪਰ ਦੇ ਵਿੱਚ ਪੁੱਛ ਲੈਣ ਕਿ ਕਿੰਨੇ ਸਟੇਟ ਨੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੀ ਹੈ ਜੀ ਦੋਹਰੀ ਸਦਨ ਪ੍ਰਣਾਲੀ ਹੈ, ਮਤਲਬ ਲੈਜਿਸਲੇਟਿਵ ਕਾਊਂਸਿਲ ਵੀ ਹੈਗੀ ਹੈ, ਤਾਂ ਤੁਸੀਂ ਕਹੋਗੇ ਜੀ 6। ਠੀਕ ਹੈ, ਪਰ ਹੁਣ ਥੋੜ੍ਹਾ ਜਿਹਾ ਚੇਂਜ ਹੋਣ ਵਾਲਾ ਗਾ। ਠੀਕ ਹੈ, ਤਾਂ ਦੇਖਦੇ ਹਾਂ ਆਪਾਂ ਕੀ ਗੱਲ ਬਣਦੀ ਹੈ ਕਿ ਹੁਣ 7 ਹੋ ਜਾਣਗੇ 6 ਤੋਂ, ਕਿਉਂਕਿ ਵੈਸਟ ਬੰਗਾਲ ਆ ਜਿਹੜਾ ਉਹ ਵੀ ਕੀ ਕਰ ਰਹੇ ਨੇ, ਮੰਗ ਕਰ ਰਹੇ ਨੇ ਕਿ ਲੈਜਿਸਲੇਟਿਵ ਕਾਊਂਸਿਲ ਦੀ ਉਹਨਾਂ ਦਾ ਮਤਾ ਪੈ ਚੁੱਕਿਆ ਹੈਗਾ, ਮਤਲਬ ਪਾਸਿੰਗ ਹੋ ਚੁੱਕੀ ਹੈ। ਚਲੋ ਚੈੱਕ ਕਰਦੇ ਹਾਂ ਆਪਾਂ, ਉਹ ਫਰਦਰ ਅਗਲੀ ਆਪਾਂ ਡਿਸਕਸ਼ਨ ਕਰ ਲਾਂਗੇ। ਤਾਂ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਕਿਹੜੀਆਂ 6 ਦੇ ਵਿੱਚ ਹੈਗੀ ਆ, ਆਂਧਰਾ ਪ੍ਰਦੇਸ਼, ਤੇਲੰਗਾਨਾ, ਠੀਕ ਹੈ ਜੀ, ਯੂਪੀ, ਠੀਕ ਹੈ, ਅਤੇ ਬਿਹਾਰ। ਠੀਕ ਹੈ ਜੀ, ਅਤੇ ਤੁਹਾਡਾ ਮਹਾਰਾਸ਼ਟਰ ਅਤੇ ਕਰਨਾਟਕਾ। ਠੀਕ ਹੈ ਜੀ, ਤਾਂ 6 ਨੇ ਜਿਹੜੀਆਂ ਯਾਦ ਰੱਖੋਗੇ ਤੁਸੀਂ। ਮਹਾਰਾਸ਼ਟਰ ਦੇ ਵਿੱਚ ਪਹਿਲਾ ਲੋਕਯੁਕਤ ਜਿਹੜੀ ਪਹਿਲੀ ਲੋਕਯੁਕਤ, ਥੋੜ੍ਹਾ ਜਿਹਾ ਦੱਸਦਾ ਤੁਹਾਨੂੰ ਮੈਂ, ਇੱਕ ਹੁੰਦੀ ਹੈ ਆਪਣੀ ਲੋਕਪਾਲ, ਇੱਕ ਹੁੰਦੀ ਹੈ ਲੋਕਯੁਕਤ। ਪਹਿਲਾ ਲੋਕਯੁਕਤ ਪੇਪਰ ਦੇ ਵਿੱਚ ਪੁੱਛ ਲੈਣ ਕਿਹੜੀ ਸਟੇਟ ਦੇ ਵਿੱਚ ਸੀਗਾ ਬਣਿਆ, ਤਾਂ ਕਿਹਨੇ ਅਪੋਇੰਟ ਕੀਤਾ, ਤਾਂ ਤੁਸੀਂ ਕਹੋਗੇ ਜੀ ਮਹਾਰਾਸ਼ਟਰ। ਐਟ ਪ੍ਰੈਜੈਂਟ ਜਿਹੜੇ ਸਾਡੇ ਲੋਕਪਾਲ ਨੇ ਕੌਣ ਨੇ ਜੀ, ਤਾਂ ਪੀ ਘੋਸ਼ ਨੇ।
ਪੀ ਘੋਸ਼। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਗਵਰਨਰ ਆਪਸ਼ਨ ਦੇ ਵਿੱਚ ਪਿਆ, ਗਵਰਨਰ ਦੇ ਸੰਬੰਧਿਤ ਤੁਸੀਂ ਕੀ ਹੈ ਜੀ ਆਰਟੀਕਲ ਯਾਦ ਰੱਖ ਸਕਦੇ ਹੋ, ਆਰਟੀਕਲ 153, ਜਿਹਦੇ ਵਿੱਚ ਕੀ ਦੱਸਿਆ ਹੋਇਆ ਜੀ ਕੌਂਸਟੀਟਿਊਸ਼ਨਲ ਹੈੱਡ ਆਫ ਸਟੇਟ ਕੌਣ ਹੁੰਦੇ ਨੇ, ਤਾਂ ਤੁਸੀਂ ਕਹੋਗੇ ਜੀ ਗਵਰਨਰ ਹੁੰਦੇ ਨੇ। 154 ਨੰਬਰ ਆਰਟੀਕਲ ਦੇ ਵਿੱਚ ਕੀ ਦੱਸਿਆ ਜੀ, ਗਵਰਨਰ ਹੈ ਜਿਹੜਾ ਉਹ ਕੀ ਹੈ ਜੀ 2 ਸਟੇਟਾਂ ਦਾ ਕੀ ਹੋ ਸਕਦਾ ਹੈਗਾ, ਕਾਮਨ ਹੋ ਸਕਦਾ। ਆਰਟੀਕਲ 154 ਦੱਸਿਆ ਹੋਇਆ। ਆਰਟੀਕਲ 155 ਤੁਸੀਂ ਯਾਦ ਰੱਖ ਸਕਦੇ ਹੋ ਕਿ ਇਹਨੂੰ ਅਪੋਇੰਟ ਕੌਣ ਕਰਦਾ, ਤਾਂ ਤੁਸੀਂ ਕਹੋਗੇ ਜੀ ਪ੍ਰੈਜ਼ੀਡੈਂਟ। ਆਰਟੀਕਲ 156 ਕਿ ਇਹਦਾ ਜਿਹੜਾ ਟਨਿਓਰ ਹੁੰਦਾ ਉਹ ਕਿੰਨਾ ਹੁੰਦਾ ਜੀ, ਤਾਂ ਤੁਸੀਂ ਕਹੋਗੇ ਜੀ ਡਿਊ ਟੂ ਦਾ ਪਲੈਜ਼ਰ ਆਫ ਪ੍ਰੈਜ਼ੀਡੈਂਟ। ਠੀਕ ਹੈ ਜੀ, ਤਾਂ ਤੁਸੀਂ ਯਾਦ ਰੱਖੋਗੇ, ਇੰਪੋਰਟੈਂਟ ਆ। 153 54 55 ਅਤੇ 56 ਆਰਟੀਕਲ ਇਕੱਠੇ ਯਾਦ ਰੱਖਣੇ ਨੇ। ਠੀਕ ਹੈ ਜੀ, ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਆ ਫੰਡਾਮੈਂਟਲ ਡਿਊਟੀ, ਕਹਿੰਦਾ ਹੇਠ ਲਿਖਿਆਂ ਵਿੱਚ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ। ਟੂ ਸੇਫਗਾਰਡ ਪਬਲਿਕ ਪ੍ਰੋਪਰਟੀ, ਬਿਲਕੁਲ ਇਹ ਤਾਂ ਹੈਗੀ ਹੈ ਜੀ, ਪਬਲਿਕ ਪ੍ਰੋਪਰਟੀ ਨੂੰ ਕੀ ਕਰਨਾ, ਸੇਫ ਰੱਖਣਾ ਹੈ। ਟੂ ਪ੍ਰੋਟੈਕਟ ਮੋਨੂਮੈਂਟਸ ਐਂਡ ਪਲੇਸਿਸ ਆਫ ਪਬਲਿਕ ਇੰਪੋਰਟੈਂਸ, ਜਿਨ੍ਹਾਂ ਦੀ ਕੀ ਹੈ ਜੀ ਮਹੱਤਤਾ ਹੈ। ਠੀਕ ਹੈ ਜੀ, ਤਾਂ ਉਹਨਾਂ ਮੋਨੂਮੈਂਟਸ ਨੂੰ ਕੀ ਕਰਨਾ ਜੀ ਅਸੀਂ ਪ੍ਰੋਟੈਕਟ ਕਰਕੇ ਰੱਖਣਾ, ਇਹ ਵੀ ਗੱਲ ਬਿਲਕੁਲ ਸਹੀ ਹੈ। ਟੂ ਸਟਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਸਫੀਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ, ਇਹ ਵੀ ਪੁਆਇੰਟ ਆ ਜਿਹੜਾ ਉਹ ਸਹੀ ਹੈ। ਮਤਲਬ ਤੁਸੀਂ ਹਰ ਇੱਕ ਖੇਤਰ ਦੇ ਵਿੱਚ ਆਪਣੇ ਆਪ ਨੂੰ ਕੀ ਹੈ ਜੀ ਐਕਸੀਲੈਂਸ ਦੇ ਵੱਲ ਕੀ ਹੈ ਜੀ ਵਧਣ ਦੇ ਕੀ ਕਰਨੇ ਆ, ਯਤਨ ਕਰਨੇ ਆ। ਇਹ ਪੁਆਇੰਟ ਬਿਲਕੁਲ ਸਹੀ ਹੈ ਜੀ। ਤਾਂ ਪਹਿਲਾ ਪੁਆਇੰਟ ਆ ਜਿਹੜਾ ਹੋ ਗਿਆ ਜੀ ਗਲਤ ਹੈ, ਤਾਂ ਇਹ ਜਿਹੜੀ ਏ ਆਪਸ਼ਨ ਹੈਗੀ ਉਹ ਹੀ ਸਾਡਾ ਸਹੀ ਆਨਸਰ ਹੈ ਜਿਹੜਾ ਉਹ ਕੀ ਆ ਆਊਗਾ। ਫੰਡਾਮੈਂਟਲ ਡਿਊਟੀਆਂ ਜਿਹੜੀਆਂ ਆਪਾਂ ਲਈਆਂ ਨੇ ਉਹ ਆਪਾਂ ਕਿਤੋਂ ਲਈਆਂ ਨੇ ਜੀ, USSR ਤੋਂ, ਰਸ਼ੀਆ ਤੋਂ। ਠੀਕ ਹੈ ਜੀ ਗੱਲ। ਇਸ ਤੋਂ ਇਲਾਵਾ 5 ਸਾਲਾ ਯੋਜਨਾਵਾਂ ਵੀ ਆਪਾਂ ਕਿਤੋਂ ਲਈਆਂ ਨੇ, USSR ਤੋਂ। ਟੋਟਲ ਪੇਪਰ ਦੇ ਵਿੱਚ ਪੁੱਛ ਲੈਣ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਨੇ, ਤਾਂ ਤੁਸੀਂ ਕਹੋਗੇ ਜੀ 11 ਨੇ। ਤਾਂ ਪੇਪਰ ਦੇ ਵਿੱਚ ਪੁੱਛ ਲੈਣ ਪਹਿਲਾਂ ਕਿੰਨੀਆਂ ਸੀ, ਤੁਸੀਂ ਕਹੋਗੇ ਜੀ 10 ਸੀ। ਤਾਂ 10ਵੀਂ ਤੋਂ ਜਿਹੜੀ 11ਵੀਂ ਹੋਈ ਹੈ ਉਹ ਕਿਹੜੀ ਸੋਧ ਦੇ ਰਾਹੀਂ ਹੋਈ ਹੈ, ਤੁਸੀਂ ਕਹੋਗੇ ਜੀ 86ਵੀਂ ਅਮੈਂਡਮੈਂਟ 2002 ਦੇ ਤਹਿਤ, ਜਿਹਦੇ ਵਿੱਚ ਕੀ ਹੈ ਜੀ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਕੀ ਹੈ ਜੀ ਐਜੂਕੇਸ਼ਨ ਹੈ ਜਿਹੜੀ ਪ੍ਰੋਵਾਈਡ ਕਰਨੀ ਜ਼ਰੂਰੀ ਹੈ ਪੇਰੈਂਟਸ ਦੇ ਦੁਆਰਾ। ਠੀਕ ਹੈ ਜੀ ਗੱਲ। ਤਾਂ ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਫੰਡਾਮੈਂਟਲ ਡਿਊਟੀ ਨੂੰ ਫੰਡਾਮੈਂਟਲ ਰਾਈਟ ਦੇ ਨਾਲ ਕਨਫਿਊਜ਼ ਨਾ ਕਰ ਲਿਓ। ਫੰਡਾਮੈਂਟਲ ਰਾਈਟ ਕਿੰਨੇ ਨੇ ਆਪਣੇ 6 ਨੇ, ਪਹਿਲਾਂ ਕਿੰਨੇ ਹੁੰਦੇ ਸੀ 7। ਤਾਂ ਰਾਈਟ ਟੂ ਪ੍ਰੋਪਰਟੀ ਦਾ ਜਿਹੜਾ ਅਧਿਕਾਰ ਆ ਉਹ ਕੀ ਕਰ ਦਿੱਤਾ ਗਿਆ ਜੀ, ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ। ਠੀਕ ਹੈ ਜੀ, ਤਾਂ ਕਰਕੇ ਹੁਣ ਕੀ ਹੈ ਜੀ ਫੰਡਾਮੈਂਟਲ ਰਾਈਟ 6 ਰਹਿ ਗਏ। ਫੰਡਾਮੈਂਟਲ ਰਾਈਟ ਆਪਾਂ ਕਿਤੋਂ ਲਏ ਆ ਜੀ, USA ਤੋਂ ਲਏ ਆ। ਠੀਕ ਹੈ ਜੀ, ਤਾਂ ਅੱਜ ਆਪਾਂ ਇੰਨੇ ਕੁ ਕੁਐਸਚਨਸ ਦੇ ਨਾਲ ਸੈਸ਼ਨ ਦਾ ਅੰਤ ਕਰਦੇ ਹਾਂ। ਤਾਂ ਇੱਕ ਛੋਟਾ ਜਿਹਾ ਉਪਰਾਲਾ ਹੈ, ਕੋਸ਼ਿਸ਼ ਹੈ, ਮਿਹਨਤ ਕਰੀ ਜਾਂਦੇ ਹਾਂ ਤੁਹਾਨੂੰ ਮਿਹਨਤ ਕਰਵਾਉਣ ਦੇ ਲਈ। ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ, ਅਤੇ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਦੇ ਦਿਆ ਕਰੋ ਕਿ ਆਪਾਂ ਹੋਰ ਵਧੀਆ ਵੀਡੀਓਜ਼ ਜਿਹੜੀਆਂ ਉਹ ਬਣਾ ਸਕੀਏ।